ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ। ਕਿਰਪਾ ਕਟਾਖ ਅਬ ਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ। ਦਇਆਲ ਪੁਰਖ ਬਖਸ਼ੰਦ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਕਰ ਅਨਗਰਹੁ ਰਾਖ ਲੀਨੋ ਭਇਓ ਸਾਧੂ ਸੰਗ। ਹਰ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ। ਕਰ ਅਨਗਰਹੁ ਰਾਖ ਲੀਨੋ ਭਇਓ ਸਾਧੂ ਸੰਗ। ਹਰ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ। ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਦਪ। ਅੰਤਰ ਜਾਮੀ ਜਾਨ ਰਹਾਉ ਸੰਸਾਰ ਸਾਗਰ ਜਿਨ ਉਪਾਇਓ। ਸਰਣ ਪ੍ਰਭ ਕੀ ਗਹੀ ਗੁਰ ਪ੍ਰਸਾਦੀ ਪ੍ਰਭ ਆਰਾਧੇ। ਜਮ ਕੰਕਰ ਕਿਸ਼ਨਾ ਕਹੀ ਜਮ ਕੰਕਰ ਕਿਸ਼ਨਾ ਕਹੀ। ਮੋਖ ਮੁਕਤ ਦੁਆਰ ਜਾਕੈ ਸੰਤ ਹਿਰਦਾ ਭੰਡਾਰ।
जी जुगत सुजान सुआमी, सदा राखण हार। दुख दर्द कलेस बिन सह, जिस बसै मन माहे। मृत नरक अस्थान बिखड़े, बिख न पोहै ताहे। रिद्ध सिद्ध नभ निध जाकै, अमृता परवाहा। आद अंते मद पूरन, ऊच अगम अगाहा। सिद्ध साधक देव मुन जन, वेद करहै उचार। सिमर सुआमी सुख सहज पुंचह, निहि अंत पारावार। अनक पराशत मिटै खिन मह, हृदय जप भगवान। पावना ते महापावन, कोट दान स्नान। बल बुद्ध सुध प्राण सर्बस, संतना की रीस रास। बिसर नाही निमख मन ते, नानक की अरदास। बल बुद्ध सुध प्राण सर्बस, संतना की रास। बिसर नाही निमख मन ते, नानक की अरदास। वाहिगुरु जी का खालसा, वाहिगुरु जी की फतेह। परम सन्मानयोग, जुगो जुग अटल, चबर छतर तख दे मालक, बाणी के बोहित, जाहरा जहूर हाजरा हजूर। सर्व कला समरथ, धन धन साहिब श्री गुरु ग्रंथ साहिब। सच्चे सतगुरु जी दी पावन पवित्र निੱਘੀ गोद अंदर जुड़ बैठे गुरु रूप गुरु सवारे सत संगी जनों। आप जी बड़ियां भागां वाले हो, जो दशमेश पिता गुरु कलगीधर सतगुरु अमृत के दाते सर्वांस दानी सहबे कमाल। धन धन साहिब श्री गुरु गोबिंद सिंह महाराज जी दी चरण छो धरती महान पवित्र अस्थान गुरुद्वारा मंजी साहिब आलमगीर विखे अमृत वेले तो हाजरियां भर के सतसंगत करके सतगुरु जी दियां खुशियां प्राप्त कर रहे हो। अमृत वेले तो सजे दीवाना विच आप जी ने हुणे ही सत्कार जो गुरु घर दे कीर्तनिया पासों श्री आसा जी की वार दे कीर्तन श्रवण कीते हैं। सुआओ गुरु सवारियो, समा है जो चल रही लड़ीवार गुरबाणी दी कथा मारू राग दे विचों आप संगतां श्रवण करदियां आ रहीआं हन। धन धन सतगुरु श्री गुरु अर्जन देव महाराज जी दे पावन शब्दां दी विचार चल रही है। जो पावन शब्द आप जी ने श्रवण कीता है, इस पावन शब्द की आपा ने विचार श्रवण करनी है। आओ अपनियां मन बिरतियां इकागर करिए, ध्यान गुरु चरनां नाल जोड़िए ते सतगुरु महाराज जी दे पावन उपदेश नूं हिरदियां विच बसा के अपना जीवन सफला करिए। करो सारे अपनी रसना पवित्र,
ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਕਰ ਅਨਗਰਹੁ ਰਾਖ ਲੀਨੋ ਭਇਓ ਸਾਧੂ ਸੰਗ। ਹਰ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ। ਪੰਜਵੇਂ ਗੁਰਦੇਵ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 1017 ਅੰਕ ਤੇ ਅਸ਼ਟਪਦੀ ਸਰਲੇਖ ਦੇ ਵਿੱਚ ਦੂਸਰੀ ਅਸ਼ਟਪਦੀ ਸਤਿਗੁਰੂ ਉਚਾਰਨ ਕਰ ਰਹੇ ਹਨ। ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਦੱਸ ਰਹੇ ਨੇ ਕਿ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰਨਾ, ਗੁਰੂ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਦੇ ਸਿਮਰਨ ਦੀ ਪ੍ਰਾਪਤੀ ਹੁੰਦੀ ਹੈ। ਉੱਥੇ ਨਾਲ ਹੀ ਕਹਿੰਦੇ ਜਦੋਂ ਉਹ ਪਰਮੇਸ਼ਰ ਵਾਹਿਗੁਰੂ ਬਖਸ਼ਿਸ਼ ਕਰਦਾ ਹੈ ਤੇ ਫਿਰ ਪਰਮੇਸ਼ਰ ਆਪਣੇ ਜਾਣ ਕੇ ਤੇ ਉਹਦੀ ਫਿਰ ਹਰ ਸਮੇਂ ਰੱਖਿਆ ਕਰਦਾ ਹੈ। ਫਿਰ ਜਿਹੜੇ ਉਸ ਮਾਲਕ ਦਾ ਸਿਮਰਨ ਕਰਦੇ ਹਨ, ਬੰਦਗੀ ਕਰਦੇ ਹਨ, ਜਿਹੜੇ ਪਰਮੇਸ਼ਰ ਨੂੰ ਭਾ ਜਾਂਦੇ, ਚੰਗੇ ਲੱਗਦੇ, ਜਿਨ੍ਹਾਂ ਪਾਸ ਜਦੋਂ ਪਰਮੇਸ਼ਰ ਮਨ ਵਿੱਚ ਇਹ ਸੋਚਦਾ ਹੈ ਕਿ ਇਹਨਾਂ ਪਾਸੋਂ ਮੈਂ ਆਪਣਾ ਨਾਮ ਜਪਾਉਣਾ ਹੈ ਤੇ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਕੇ ਫਿਰ ਗੁਰੂ ਸਾਹਿਬਾਨ ਨਾਲ ਮਿਲਾ ਦਿੰਦਾ, ਗੁਰਮੁਖਾਂ ਦੀ ਸੰਗਤ ਬਖਸ਼ਿਸ਼ ਕਰਦਾ, ਜਿਹਦੇ ਵਿੱਚ ਬੈਠ ਕੇ ਉਹ ਪਿਆਰਾ ਅੱਠੇ ਪਹਿਰ ਫਿਰ ਸਾਸ ਗਰਾਸ ਦੁਆਰਾ ਉਸ ਮਾਲਕ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਰਹਾਉ ਵਾਲੀ ਪੰਕਤੀ 'ਚ ਗੁਰੂ ਸਾਹਿਬਾਨ ਜੀ ਫਰਮਾਨ ਕਰਦੇ ਨੇ ਕਿ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰਜਾਮੀ ਜਾਨ। ਮੇਰੇ ਮਾਨ ਦਾ ਅਰਥ ਹੈ ਇੱਥੇ ਮਨ। ਹੇ ਜਿਹੜਾ ਵਾਹਿਗੁਰੂ ਹੈ ਉਹ ਮੇਰੇ ਮਾਨ ਕੋ ਅਸਥਾਨ, ਮੇਰੇ ਮਨ ਨੂੰ ਥਾਂ ਦੇਣ ਵਾਲਾ, ਮੇਰੇ ਮਨ ਨੂੰ ਟਿਕਾ ਦੇਣ ਵਾਲਾ ਹੈ। ਜਦੋਂ ਮੈਂ ਵਾਹਿਗੁਰੂ ਦਾ ਸਿਮਰਨ ਆਪਣੇ ਮੁਖੋਂ ਕਰਦਾ ਹਾਂ ਤੇ ਮੇਰੇ ਮਨ ਨੂੰ ਫਿਰ ਟਿਕਾ ਮਿਲਦਾ, ਠਹਿਰਾਅ ਮਿਲਦਾ। ਇਸ ਕਰਕੇ ਮਨ ਨੂੰ ਟਿਕਾਉਣ ਵਾਲਾ ਪਰਮਾਤਮਾ ਹੈ। ਵਾਹਿਗੁਰੂ ਕਿਰਪਾ ਕਰੇ ਫਿਰ ਮਨ ਟਿਕਦਾ ਹੈ। ਤੇ ਵਾਹਿਗੁਰੂ ਦੇ ਵਿੱਚ ਤੁਸੀਂ ਸਤਿਗੁਰੂ ਨੂੰ ਸਵਾਲ ਕੀਤਾ ਕਿ ਸਤਿਗੁਰੂ ਤੁਸੀਂ ਵਾਹਿਗੁਰੂ ਨੂੰ ਕੀ ਜਾਣਦੇ ਹੋ, ਪਰਮੇਸ਼ਰ ਨੂੰ ਕੀ ਜਾਣਦੇ ਹੋ? ਤੇ ਸਤਿਗੁਰੂ ਕਹਿਣ ਲੱਗੇ ਕਿ ਮੀਤ ਸਾਜਨ, ਮੇਰਾ ਮੀਤ ਮਿੱਤਰ ਹੈ, ਸਾਜਨ ਸੱਜਣ ਹੈ ਮੇਰਾ, ਸਖਾ ਸਾਕ ਸੰਬੰਧੀ ਹੈ। ਬੰਧਪ ਦਾ ਅਰਥ ਹੈ ਰਿਸ਼ਤੇਦਾਰ, ਸਾਕ ਸੰਬੰਧੀ ਰਿਸ਼ਤੇਦਾਰ, ਇਹ ਮੇਰਾ ਸਖਾ ਭਰਾ ਹੈ, ਰਿਸ਼ਤੇਦਾਰ ਹੈ। ਤੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਅੰਤਰਜਾਮੀ ਹੈ, ਅੰਤਰਜਾਮੀ ਹੈ ਤੇ ਸਾਡੇ ਮਨਾਂ ਦੀ ਉਹ ਵਾਹਿਗੁਰੂ ਜਾਣਦਾ ਹੈ। ਇਸ ਕਰਕੇ ਗੁਰੂ ਸਵਾਰਿਓ ਉਹ ਪਰਮਾਤਮਾ ਵਾਹਿਗੁਰੂ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਸਤਿਗੁਰੂ ਕਹਿੰਦੇ ਹਰੀ ਪਰਮਾਤਮਾ ਸਾਡਾ ਮਾਤਾ ਹੈ, ਪਿਤਾ ਹੈ। ਹਰੀ ਪਰਮਾਤਮਾ ਹੀ ਸਾਡੀ ਪ੍ਰਤਪਾਲਣਾ ਕਰਦਾ ਹੈ, ਉਹੀ ਸਾਡੀ ਸੰਭਾਲ ਕਰਦਾ। ਅਸੀਂ ਜਿੰਨੇ ਤਮਾਮ ਜੀਵ ਹਾਂ, ਚਾਹੇ ਕੋਈ ਇਸਤਰੀ ਹੈ ਚਾਹੇ ਪੁਰਸ਼ ਹੈ, ਸਾਰੇ ਉਸ ਮਾਲਕ ਵਾਹਿਗੁਰੂ ਦੇ ਬੱਚੇ ਆ। ਉਹ ਸਾਡੀ ਪ੍ਰਤਪਾਲਣਾ ਕਰਨ ਵਾਲਾ ਹੈ। ਇਸੇ ਕਰਕੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਸਤਿਗੁਰੂ ਜੀ ਦਾ ਫਰਮਾਨ ਕਿ ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਹਰੇਕ ਸਾਹ ਦੇ ਦੁਆਰਾ ਮਾਲਕ ਜੀ ਆਪ ਜੀ ਸਾਡੀ ਪ੍ਰਤਪਾਲਣਾ ਕਰਨ ਵਾਲੇ ਹੋ। ਅਸੀਂ ਜਿੰਨੇ ਵੀ ਹਾਂ ਤੁਹਾਡੇ ਹੀ ਬੱਚੇ ਹਾਂ। ਇੱਕ ਮਾਤਾ ਵਾਂਗ, ਇੱਕ ਪਿਤਾ ਵਾਂਗ
ਆਪ ਜੀ ਆਪਣੇ ਬੱਚਿਆਂ ਦੀ ਪ੍ਰਤਪਾਲਨਾ ਕਰ ਰਹੇ ਹੋ। ਇਸ ਕਰਕੇ ਐਸੇ ਮਾਲਕ ਪ੍ਰਭੂ ਪਾਸੋਂ ਜੋ ਆਪਾਂ ਮੰਗੀਏ ਸਾਨੂੰ ਫਿਰ ਉਹ ਮਿਲ ਜਾਂਦਾ ਹੈ। ਜਿਹੜਾ ਸਾਡਾ ਸਭ ਕੁਝ ਹੈ, ਮਾਤਾ ਪਿਤਾ ਭੈਣ ਭਰਾ ਇਤਿਆਦਿਕ, ਉਹਦੇ ਪਾਸੋਂ ਜੋ ਮੰਗੀਏ ਉਹ ਸਾਨੂੰ ਮਿਲਦਾ ਹੈ। ਕਿਉਂਕਿ ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਕਹਿ ਰਹੀ ਹੈ। ਜਿਹੜੇ ਸਤਿਗੁਰੂ ਜੀ ਨੂੰ ਆਪਾਂ ਨਮਸਕਾਰ ਕਰ ਸਜਦਾ ਕਰ ਰਹੇ ਹਾਂ, ਸਤਿਗੁਰੂ ਕਹਿੰਦੇ ਨੇ ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਊਹਾਂ ਸੱਚ ਹੋਵੇ। ਜੋ ਮੰਗੀਏ ਉਹੀ ਪਰਮਾਤਮਾ ਸਾਨੂੰ ਦਿੰਦਾ ਹੈ। ਇਸ ਕਰਕੇ ਪਰਮਾਤਮਾ ਸਮਰੱਥ ਹੈ, ਸਰਬ ਸ਼ਕਤੀਮਾਨ ਹੈ। ਉਹ ਵਾਹਿਗੁਰੂ ਹੀ ਸਾਡਾ ਸਭ ਕੁਝ ਹੈ। ਜਿਹੜੇ ਗੁਰਮੁਖ ਪਿਆਰੇ ਨੇ ਨਾ, ਨਾਮ ਜਪਦੇ ਨੇ, ਬੰਦਗੀ ਵਿੱਚ ਭੇਦ ਹੋ ਜਾਂਦੇ, ਲੀਨ ਹੋ ਜਾਂਦੇ ਹਨ, ਫਿਰ ਉਹਨਾਂ ਨੂੰ ਹਰ ਸਮੇਂ ਆਪਣਾ ਸਖਾ ਮਿੱਤਰ ਮਾਤਾ ਪਿਤਾ ਪਰਮਾਤਮਾ ਹੀ ਨਜ਼ਰ ਆਉਂਦਾ ਕਿ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਪੜ੍ਹਦੇ ਹਾਂ ਆਪਾਂ, ਸਤਿਗੁਰੂ ਕਹਿੰਦੇ ਨੇ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜਿਉ ਹਮਾਰਾ, ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਹੋ ਮਨ ਤੇਰਾ ਭਾਈ, ਪਾ ਮਲੋਵਾ ਮਲ ਮਲ ਧੋਵਾ, ਇਹ ਮਨ ਤੈ ਕੂ ਦੇਸਾ, ਸੁਣ ਮੀਤਾ ਹੋ ਤੇਰੀ ਸਰਣ ਆਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾ। ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਨੇ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦੋ ਭਰਾ, ਵੱਡੇ ਦਾ ਨਾਮ ਪ੍ਰਿਥੀ ਚੰਦ, ਉਸ ਤੋਂ ਛੋਟੇ ਦਾ ਨਾਮ ਬਾਬਾ ਮਹਾਦੇਵ ਜੀ। ਜਿਹੜਾ ਬਾਬਾ ਮਹਾਦੇਵ ਸੀ ਇਹ ਬਰਕਤ ਸੁਭਾਅ ਵਾਲਾ ਸੀ। ਸੰਸਾਰੀ ਰਿਸ਼ਤਿਆਂ ਦੀ ਪਰਵਾਹ ਨਹੀਂ ਕਰਦਾ ਸੀ। ਕਹਿੰਦਾ ਮੈਂ ਪਰਮਾਤਮਾ ਦੀ ਬੰਦਗੀ ਕਰਨੀ, ਮੇਰਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ। ਅਤੇ ਪ੍ਰਿਥੀ ਚੰਦ ਦੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਅਤੇ ਉਸ ਸਮੇਂ ਬਾਬਾ ਮਹਾਦੇਵ ਜੀ ਨੂੰ ਪ੍ਰਿਥੀ ਚੰਦ ਨੇ ਆਪਣੀਆਂ ਗੱਲਾਂ ਵਿੱਚ ਫਸਾ ਲਿਆ, ਜਿਸ ਕਰਕੇ ਬਾਬਾ ਮਹਾਦੇਵ ਜੀ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਵਿਰੋਧਤਾ ਕਰਨ ਲੱਗ ਪਏ। ਵਿਰੋਧਤਾ ਇੰਨੀ ਵੱਧ ਗਈ ਕਿ ਬਾਬਾ ਮਹਾਦੇਵ ਜੀ ਪ੍ਰਿਥੀ ਚੰਦ ਦਾ ਸਾਥ ਦੇ ਰਹੇ ਸਨ। ਪਰ ਜੋ ਸਮਾਂ ਲੰਘਿਆ ਅਤੇ ਉਦੋਂ ਪਤਾ ਲੱਗਿਆ ਕਿ ਮੇਰੇ ਭਰਾਤਾ ਪ੍ਰਿਥੀ ਚੰਦ ਨੇ ਮੇਰੇ ਭਤੀਜੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਕੋਝੀਆਂ ਸ਼ਰਾਰਤਾਂ ਰਚਨਾ ਕੀਤੀਆਂ ਨੇ। ਅਤੇ ਇਸ ਤਰ੍ਹਾਂ ਜਦੋਂ ਇਹ ਵਿਚਾਰ ਕੀਤੀ, ਇਹ ਪਤਾ ਲੱਗਿਆ ਕਿ ਪ੍ਰਿਥੀ ਚੰਦ ਹੀ ਕਸੂਰਵਾਰ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਤਾਂ ਮੇਰੇ ਛੋਟੇ ਭਰਾਤਾ ਜੀ, ਉਹ ਤਾਂ ਮੇਰੇ ਪਿਤਾ ਗੁਰੂ ਦੀ ਅਸਥਾਨ 'ਤੇ ਬੈਠੇ ਹੋਏ ਨੇ, ਅਸਲੀ ਗੱਦੀ ਦੇ ਮਾਲਕ ਇਹ ਨੇ। ਕਹਿੰਦੇ ਨੇ ਉਦੋਂ ਫਿਰ ਬਾਬਾ ਮਹਾਦੇਵ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਚੱਲ ਕੇ ਆਏ ਸਨ ਅਤੇ ਸਤਿਗੁਰੂ ਜੀ ਨੇ ਆਪਣੇ ਭਰਾਤਾਂ ਨੂੰ ਆਉਂਦੇ ਨੂੰ ਵੇਖਿਆ। ਵੱਡਾ ਭਰਾਤਾ ਜਾਣ ਕੇ ਸਤਿਗੁਰੂ ਜੀ ਨੇ ਬੜਾ ਸਤਿਕਾਰ ਕੀਤਾ। ਉੱਠ ਕੇ ਸਿੰਘਾਸਣ ਤੋਂ ਸਤਿਗੁਰੂ ਮਿਲੇ ਨੇ ਅਤੇ ਉੱਠ ਕੇ ਸਿੰਘਾਸਣ ਤੋਂ ਮਿਲੇ ਅਤੇ ਬਾਬਾ ਮਹਾਦੇਵ ਜੀ ਨੇ ਹੱਥ ਜੋੜ ਲਏ ਕਿ ਨਹੀਂ ਭਰਾਤਾ ਜੀ, ਅੱਜ ਮੈਂ ਤੁਹਾਡੇ ਕੋਲ ਦੁਨਿਆਵੀ ਰਿਸ਼ਤੇ ਨੂੰ ਮੁੱਖ ਰੱਖਦਿਆਂ ਨਹੀਂ ਆਇਆ। ਇਹ ਨਹੀਂ ਮੈਂ ਸੋਚ ਕੇ ਆਇਆ ਕਿ ਤੁਸੀਂ ਮੇਰੇ ਛੋਟੇ ਭਰਾ ਤਾਂ ਮੈਂ ਵੱਡਾ ਹਾਂ। ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਇੱਕ ਗੁਰੂ ਦੀ ਸ਼ਰਨ, ਜਿਵੇਂ ਸਿੱਖ ਚੱਲ ਕੇ ਆਉਂਦਾ ਨਾ, ਸਿੱਖ ਗੁਰੂ ਦੇ ਚਰਨਾਂ 'ਚ ਆ ਕੇ ਅਰਦਾਸ ਕਰਦਾ, ਬੇਨਤੀ ਕਰਦਾ ਹੈ, ਇਸੇ ਤਰ੍ਹਾਂ ਮੇਰੇ ਪਾਤਸ਼ਾਹ ਮੈਂ ਵੀ ਅੱਜ ਤੁਹਾਡੇ ਕੋਲ ਇੱਕ ਸਿੱਖ ਬਣ ਕੇ ਆਇਆ, ਸਿੱਖੀ ਲੈਣ ਵਾਸਤੇ ਆਇਆ ਹਾਂ। ਮੇਰੇ 'ਤੇ ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਪਾਵਨ ਉਪਦੇਸ਼ ਦੇਣਾ ਕਰੋ। ਮੈਂ ਪ੍ਰਿਥੀ ਚੰਦ ਦੇ ਮਗਰ ਲੱਗ ਕੇ ਆਪ ਜੀ ਦੀ ਬਾਰ-ਬਾਰ ਵਿਰੋਧਤਾ ਕਰਦਾ ਸੀ।
सतगुरु मैनू हुण ज्ञान होया है, समा सीमित है, पता नहीं कदों संसार नू अलविदा कह के इन संसार नू छड्ड के चलिया जाना। इस करके मैनू उपदेश दवो ताकि मेरा भला हो जाए। ते धन गुरु अर्जन देव महाराज ने अपने भराता नू गल बकड़ी च लिया, गल्लां बातां कीतियां, कोल बिठाया, कहन लगे भराता जी वधिया हो गए तुसीं मेरे कोल चल के आए, चंगा हो गया। जे नहीं चल के आउंदे ते मेरे मन विच रोस होना सी, मैनूं इस गल दी बड़ी घाट महसूस होनी सी कि मेरा बड़ा भराता महादेव मेरे तो नाराज़ हो के इस तरह ही संसार तो चलिया गया। हुण तुसीं चल के आयो, जी आया नूं। फिर सतगुरु जी ने उपदेश बख्शिया, जिहड़ा ये शब्द आप जी ने श्रवण कीता है, एक पिता एक सके हम बारक तू मेरा गुरहाई, सुन मीता जियो हमारा बल बल जासी, हर दर्शन देहो दिखाई, सुन मीता धूरी को बल जाई, इहो मन तेरा भाई। ਜਿਹੜੀਆਂ ਪਹਿਲੀਆਂ ਦੋ ਪਦੇ ਨੇ, ਪਹਿਲੀਆਂ ਦੋ ਪਦਿਆਂ ਵਿੱਚ ਜੋ ਬਾਬਾ ਮਹਾਦੇਵ ਜੀ ਵੱਲੋਂ ਅਰਦਾਸ ਬੇਨਤੀ ਕੀਤੀ ਹੈ, ਉਹ ਸਤਿਗੁਰੂ ਜੀ ਨੇ ਸ਼ਬਦ ਵਿੱਚ ਬਿਆਨ ਕੀਤੀ ਹੈ। फिर अगे गुरु सवारे सतगुरु जी फिर उपदेश देंदे ने। अगले दो पदियां में सतगुरु कहते ने, मान न कीजै सरन परिजै, करै सो भला मनाइयै, सुन मीता जियो पिंड सब तन अर्पीजै, इउं दर्शन हर जियो पाइयै। सतगुरु कहन लगे कि हे भराता श्री महादेव जी, तुसी ये मान नहीं करना। की मान नहीं करना? कि मेरे भराता गुरु अर्जन देव महाराज गुरु हन। ये मान नहीं करना कि मेरे पिता गुरु रामदास पातशाह महाराज गुरु हन ते मैं उन्हां दा सहबजादा हाँ। ये मान नहीं करना कि मेरा जन्म सोढियां दी कुल विच होया, गुरु कुल विच होया है ते इत्थे आके मान नूं त्यागना है। मान ना कीजै, अपने मन का अहंताग त्याग दो, मान नूं त्याग दिओ। शरण परीजै, गुरु की शरण विच पैना कर। करै सो भला मन, जो परमात्मा करदा गुरु साहबान करते हैं, जो उस मालक का हुक्म है, हुक्म विच हो रहा है, उन्होंने भला करके मनना कर। सुन मीता जियो पिंड सब तन अर्पीजै। हे मित्र जी, सुनना करो, जियो जिंद आत्मा पिंड शरीर सब कुछ कहते अपना उस मालक नूं अर्पीजै, अर्पण करना करो। जो इस तरह तुसी अर्पण करोगे, इउं दर्शन हर जियो पाइए, फिर हरि परमात्मा दे दर्शन तुहानूं प्राप्त हो जाणगे। भयो भयो अनगरो प्रसाद संतन कै, हर नामा है मीठा, जन नानक को गुर कृपा कीनी, सब अकुल निरंजन डीठा। ਜਦੋਂ ਹੁਣ ਆਪਣਾ ਮਨ ਤੇ ਤਨ ਸਭ ਕੁਝ ਅਰਪਣ ਕਰ ਦਿੱਤਾ ਪਰਮਾਤਮਾ ਦੇ ਚਰਨਾਂ ਵਿੱਚ, ਗੁਰੂ ਸਾਹਿਬਾਨ ਦੇ ਚਰਨਾਂ 'ਚ, ਕਹਿੰਦੇ ਫਿਰ ਭਿਓ ਅਨੁਗ੍ਰਹ ਹੈ। ਫਿਰ ਹਿਰਦੇ ਅੰਦਰ ਉਹ ਜਿਹੜਾ ਅਨੁਰਾਗ ਪੈਦਾ ਹੋ ਗਿਆ, ਪ੍ਰੇਮ ਪੈਦਾ ਹੋ ਗਿਆ। ਪ੍ਰਸਾਦ ਸੰਤਨ ਕੈ, गुरु रूपी संत की प्रसाद कृपा सदका वो हिरदे अंदर उमंग, वो उत्साह पैदा हो गया, परमेश्वर नूं मिलण लई तड़फ पैदा हुई है। जन नानक को गुर कृपा कीनी, सब कुल निरंजन डीठा। जिहड़ा कुलों तो रहत है, आपां सारे कुलों ने एक परिवार तो कुल चलती है तो कुल लगातार अगे चलती जा रही है। साडे दात बाबे अगे साडे बच्चे ने, इस तरह ये कुल्लां चलदियां जाणियां ने, खत्म होंदियां ने, फिर चल पैंदियां ने। पर परमात्मा कुल्लां तो रहत है। कुल्लां उन्हां दियां चलदियां ने जिहड़े जम्मण मरण दे विच होवे, जिहड़े जन्म लैके संसार विच आए ते मर के चले, उन्हां दियां कुल्लां चलदियां ने। पर परिपूर्ण परमात्मा तां कुल्लां तो रहत है, वो जम्मण मरण तो रहत है। इस करके अकुल निरंजन डीठा, जिहदी कोई कुल नहीं है,
ਨਿਰੰਜਨ ਜਿਹਨੂੰ ਮਾਇਆ ਪੋਹ ਨਹੀਂ ਸਕਦੀ, ਮਾਇਆ ਉਹਦੀ ਪੈਦਾ ਕੀਤੀ ਹੈ, ਪਰ ਮਾਇਆ ਤੋਂ ਪੈਦਾ ਕਰਕੇ ਮਾਇਆ ਤੋਂ ਹੈ ਉਹ ਨਿਰਲੇਪ ਹੈ, ਬਿਲਕੁਲ ਸ਼ੁੱਧ ਹੈ। ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਫਿਰ ਜਦੋਂ ਆਪਣਾ ਸਭ ਕੁਝ ਅਰਪਣ ਕਰ ਦਈਏ ਨਾ, ਤੇ ਉਦੋਂ ਫਿਰ ਉਸ ਮਾਲਕ ਨੂੰ ਆਪਾਂ ਦੇਖ ਸਕਦੇ ਹਾਂ, ਮਾਲਕ ਦੇ ਦੀਦਾਰ ਸਾਨੂੰ ਹੋ ਸਕਦੇ ਨੇ। ਇਸ ਕਰਕੇ ਹੇ ਪ੍ਰਭੂ ਜੀ, ਤੁਸੀਂ ਹੀ ਸਾਡੇ ਮੀਤ ਹੋ, ਮਿੱਤਰ ਹੋ, ਸੱਜਣ ਹੋ, ਤੁਸੀਂ ਹੀ ਸਾਡੇ ਸਖਾ ਬੰਧਪ ਹੋ, ਰਿਸ਼ਤੇਦਾਰ ਹੋ, ਤੇ ਆਪ ਜੀ ਸਾਡੇ ਮਨ ਦੀ ਅੰਤਰਜਾਮੀ ਹੋ, ਸਾਡੇ ਮਨਾਂ ਦੀ ਜਾਣਨ ਵਾਲੇ, ਜੋ ਸਾਡੇ ਮਨਾਂ 'ਚ ਜੋ ਚੱਲ ਰਿਹਾ ਹੈ ਇਹਦੇ ਬਾਬਤ ਮਾਲਕ ਜੀ ਆਪ ਜੀ ਭਲੀ ਭਾਤ ਜਾਣਦੇ ਹੋ। ਕਰ ਅਨਗਰ ਹੋ ਰਾਖ ਲੀਨੋ, ਭਇਓ ਸਾਧੂ ਸੰਗ। ਕਰ ਅਨਗਰ ਹੋ, ਕਰ ਅਨਗਰੋ ਭਾਵ ਪਰਮੇਸ਼ਰ ਨੇ ਦਇਆ ਕਰਨੀ, ਦਇਆ ਕੀਤੀ। ਕਹਿੰਦੇ ਪਰਮੇਸ਼ਰ ਵਾਹਿਗੁਰੂ ਨੇ ਦਇਆ ਕੀਤੀ ਤੇ ਸਾਨੂੰ ਰੱਖਣਾ ਕੀਤਾ। ਕਿਵੇਂ ਰੱਖਿਆ? ਵਿਕਾਰਾਂ ਵੱਲੋਂ। ਵਿਕਾਰਾਂ ਵੱਲੋਂ ਸਾਡਾ ਮਨ ਹਰ ਸਮੇਂ ਵਿਸ਼ੇ ਵਿਕਾਰਾਂ ਦੌੜਿਆ ਭੱਜਿਆ ਫਿਰਦਾ ਸੀ, ਤੇ ਪ੍ਰਭੂ ਨੇ ਐਸੀ ਬਖਸ਼ਿਸ਼ ਕਰ ਦਇਆ ਕਰ ਦਿੱਤੀ, ਜਿਸ ਕਰਕੇ ਸਾਡਾ ਮਨ ਅੱਜ ਬਿਲਕੁਲ ਕੰਟਰੋਲ ਹੋ ਗਿਆ। ਵੈਸੇ ਵੀ ਜਦੋਂ ਪਰ ਜੀਵ ਜਦੋਂ ਜੀਵ ਉੱਤੇ ਕਿਸੇ ਪਰ ਵਿਪਤਾ ਦਾ ਸਮਾਂ ਆਉਂਦਾ, ਔਖੀ ਘੜੀ ਆਉਂਦੀ ਹੈ, ਤੇ ਔਖੀ ਘੜੀ ਵੇਲੇ ਗੁਰੂ ਸਰ ਜਦੋਂ ਆਪਾਂ ਮਾਲਕ ਨੂੰ ਚੇਤੇ ਕਰੀਏ, ਵਾਹਿਗੁਰੂ ਨੂੰ ਚੇਤੇ, ਗੁਰੂ ਸਾਹਿਬਾਨ ਨੂੰ ਚੇਤੇ ਕਰੀਏ, ਤੇ ਗੁਰੂ ਸਾਹਿਬਾਨ ਜੀ ਫਿਰ ਹੱਥ ਦੇ ਕੇ ਰੱਖਿਆ ਕਰਦੇ ਨੇ, ਬਾਂਹ ਪਕੜਦੇ ਨੇ ਹਨ। ਕਹਿੰਦੇ ਐਸੀ ਬਖਸ਼ਿਸ਼ ਕੀਤੀ। ਪ੍ਰਤੱਖ ਜਿਹੜੇ ਜਮਦੂਤ ਨੇ ਉਹਨਾਂ ਤੋਂ ਵੀ ਰੱਖਿਆ ਕੀਤੀ। ਸੰਸਾਰ ਵਿੱਚ ਵਿਚਰਦਿਆਂ ਹੋਇਆਂ ਜਿਹੜੇ ਇਹ 5 ਵਿਸ਼ੇ ਨੇ ਇਹਨਾਂ ਤੋਂ ਵੀ ਰੱਖਿਆ ਕੀਤੀ। ਕਹਿੰਦੇ ਇਸ ਤਰ੍ਹਾਂ ਮਾਲਕ ਰੱਖਣਾ ਕੀਤਾ ਹੈ। ਫਿਰ ਨਾਲ ਹੋਰ ਕੀ ਬਖਸ਼ਿਸ਼ ਕੀਤੀ? ਭਇਓ ਸਾਧੂ ਸੰਗ। ਪਰਮੇਸ਼ਰ ਦੀ ਦਇਆ ਦੇ ਨਾਲ ਸਾਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਗਈ। ਸਾਧੂ ਉਹ ਜਿਹਨੇ ਮਨ ਨੂੰ ਵਿਕਾਰਾਂ ਵੱਲੋਂ ਸਾਧਿਆ ਹੋਇਆ, ਜਾਂ ਪੰਜ ਕਹਿ ਲਏ ਗੁਰੂ ਰੂਪੀ ਸਾਧੂ। ਗੁਰੂ ਸਾਹਿਬਾਨ ਦੀ ਸੰਗਤ ਮਾਲਕ ਦੀ ਕਿਰਪਾ ਦੇ ਨਾਲ ਹੀ ਸਾਨੂੰ ਪ੍ਰਾਪਤ ਹੋਈ ਹੈ। ਕਿਉਂਕਿ ਜਦੋਂ ਜੀਵ ਗੁਰੂ ਸਰੇ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਨਾ, ਪੁਕਾਰ ਕਰਦਾ, ਤੜਫ ਪੈਦਾ ਹੁੰਦੀ ਹੈ ਕਿ ਮੈਂ ਮਾਲਕ ਨੂੰ ਮਿਲਣਾ ਹੈ, ਮਾਲਕ ਦੀ ਪ੍ਰਾਪਤੀ ਕਰਨੀ ਹੈ। ਤੇ ਜਦੋਂ ਫਿਰ ਉਹ ਪਰਮਾਤਮਾ ਦੀ ਬੰਦਗੀ ਸ਼ੁਰੂ ਕਰ ਦਿੰਦਾ, ਤੇ ਪਰਮਾਤਮਾ ਵਾਹਿਗੁਰੂ ਫਿਰ ਇਹਦਾ ਪਿਆਰ ਦੇਖ ਕੇ ਜੀਵ ਦਾ ਗੁਰੂ ਸਾਹਿਬਾਨ ਨੂੰ ਫਿਰ ਹੁਕਮ ਕਰਦਾ ਕਿ ਇਹ ਮੇਰਾ ਪਿਆਰਾ ਹੈ, ਮੈਨੂੰ ਯਾਦ ਕਰਦਾ, ਤੁਸੀਂ ਇਹਦੇ ਉੱਤੇ ਨਾਮ ਅੰਮ੍ਰਿਤ ਦੀ ਵਰਖਾ ਕਰਨਾ ਕਰੋ। ਫਿਰ ਉਦੋਂ ਗੁਰੂ ਸਾਹਿਬ ਨਾਮ ਅੰਮ੍ਰਿਤ ਦੀ ਫਿਰ ਗੁਰੂ ਸਾਹਿਬਾਨ ਨਾਲ ਮਿਲਾਪ ਹੁੰਦਾ, ਤੇ ਗੁਰੂ ਸਾਹਿਬਾਨ ਜੀ ਫਿਰ ਉਪਦੇਸ਼ ਦਿੰਦੇ, ਜਿਹਨੂੰ ਕਮਾ ਕੇ ਫਿਰ ਜੀਵ ਦਾ ਭਲਾ ਹੁੰਦਾ ਹੈ। ਸਤਿਗੁਰੂ ਕਹਿੰਦੇ ਨੇ, ਜਿਵੇਂ ਸਤਿਗੁਰੂ ਦਾ ਫਰਮਾਨ ਹੈ, ਬਬੀਹਾ ਅੰਮ੍ਰਿਤ ਬੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੈ ਨੋ ਫੁਰਮਾਨ ਹੋਆ, ਬਰਸੋ ਕਿਰਪਾ ਤਾਰ। ਬਬੀਹਾ ਕੌਣ ਹੈ? ਜੀਵ ਬਬੀਹਾ ਪੰਛੀ ਹੈ। ਅੰਮ੍ਰਿਤ ਵੇਲੇ, ਜਦੋਂ ਅੰਮ੍ਰਿਤ ਵੇਲਾ ਹੋਇਆ, ਜਿਹਨੂੰ ਆਪਾਂ ਪਹਿਰ ਰਾਤ ਕਹਿੰਦੇ ਹਾਂ, ਤੇ ਰਾਤ ਦਾ ਚੌਥਾ ਪਹਿਰ, ਤੇ ਗੁਰੂ ਸਵਾਰੇ ਜਦੋਂ ਉਹ ਸਮਾਂ ਹੁੰਦਾ ਹੈ, ਤੇ ਉਦੋਂ ਜੀਵ ਜਿਹੜਾ ਉੱਠਦਾ ਹੈ, ਉੱਠ ਕੇ ਫਿਰ ਉਸ ਮਾਲਕ ਨੂੰ ਚੇਤੇ ਕਰਦਾ, ਇਸ਼ਨਾਨ ਪਾਨ ਕਰਦਾ, ਮੁੱਖੋਂ ਵਾਹਿਗੁਰੂ ਜਪਦਾ, ਮੁੱਖੋਂ ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਕਰਦਾ, ਸਾਹਿਬਾਂ ਦੀ ਬਾਣੀ ਪੜ੍ਹਦਾ। ਫਿਰ ਜਦੋਂ ਉਹ ਵਾਰ-ਵਾਰ ਕੂਕ ਪੁਕਾਰ ਕਰਦਾ ਨਾ, ਤੇ ਉਹ ਜਿਹੜੀ ਫਰਿਆਦ ਹੈ, ਕੀਤੀ ਹੋਈ ਪੁਕਾਰ ਹੈ, ਉਹ ਫਿਰ ਪ੍ਰਭੂ ਦੇ ਚਰਨਾਂ ਵਿੱਚ ਪਹੁੰਚਦੀ। ਪ੍ਰਭੂ ਫਿਰ ਉਸ ਫਰਿਆਦ ਨੂੰ ਸੁਣਦਾ। ਸੁਣਨ ਤੋਂ ਬਾਅਦ ਫਿਰ ਪਰਮਾਤਮਾ ਕੀ ਕਰਦਾ? ਮੇਘੈ ਨੂੰ ਫੁਰਮਾਨ। ਮੇਘ ਕੌਣ ਨੇ? ਮੇਘ ਨੇ ਗੁਰੂ ਸਾਹਿਬਾਨ ਜੀ। ਪਰਮੇਸ਼ਰ ਫਿਰ ਇਹਨਾਂ ਮੇਘਾਂ ਨੂੰ, ਗੁਰੂ ਸਾਹਿਬਾਨ ਨੂੰ ਫਰਮਾਨ ਕਰਦਾ, ਹੁਕਮ ਕਰਦਾ ਕਿ ਭਾਈ ਇਹ ਫਲਾਣਾ ਮੈਨੂੰ ਯਾਦ ਕਰ, ਇਹਦੇ ਹਿਰਦੇ ਉੱਪਰ ਇੱਕ ਧਰਤੀ ਉੱਤੇ ਨਾਮ ਅੰਮ੍ਰਿਤ ਦੀ ਵਰਖਾ ਕਰੋ। ਫਿਰ ਉਦੋਂ ਫਿਰ ਗੁਰੂ ਸਾਹਿਬਾਨ ਜੀ ਉਸ ਪਿਆਰੇ ਦੇ ਹਿਰਦੇ ਰੂਪੀ ਧਰਤੀ ਉੱਤੇ ਨਾਮ ਅੰਮ੍ਰਿਤ ਦੀ ਵਰਖਾ ਕਰਦੇ ਨੇ, ਜਿਹਨੂੰ ਗੁਰੂ ਸਰੇ ਫਿਰ ਪ੍ਰਾਪਤ ਕਰਕੇ ਜੀਵ ਦਾ ਫਿਰ
ਹਿਰਦਾ ਬਿਲਕੁਲ ਠੰਡਾ ਹੋ ਜਾਂਦਾ। ਕਲ ਤਾਤੀ ਠਾਂਡਾ ਹਰ ਨਾਮ। ਫਿਰ ਪ੍ਰਮਾਤਮਾ ਦਾ ਠੰਡਾ ਹੈ, ਠਾਰ ਕਰਨ ਵਾਲਾ ਹੈ। ਵਿਸ਼ੇ ਵਿਕਾਰਾਂ ਦੀ ਤਪਸ਼ ਮਿਟ ਜਾਂਦੀ ਜਦੋਂ ਨਾਮ ਦਾ ਜਲ ਅੰਦਰ ਚਲਿਆ ਜਾਂਦਾ, ਨਾਮ ਪ੍ਰਾਪਤ ਹੁੰਦਾ ਜੀਵਨ ਨੂੰ। ਅਤੇ ਉਹ ਫਿਰ ਹੁੰਦਾ ਸਭ ਗੁਰੂ ਦੀ ਕਿਰਪਾ ਦੇ ਨਾਲ। ਪਰਮਾਤਮਾ ਬਖਸ਼ਿਸ਼ ਕਰਦਾ, ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਸਭ ਕੁਝ ਪ੍ਰਾਪਤ ਹੁੰਦਾ ਹੈ। ਕਰ ਅਨਗਰਹੁ ਰਾਖ ਲੀਨੋ ਭਇਓ ਸਾਧੂ ਸੰਗ। ਕਹਿੰਦੇ ਨੇ ਪਰਮਾਤਮਾ ਨੇ, ਵਾਹਿਗੁਰੂ ਨੇ, ਪ੍ਰਭੂ ਨੇ ਦਇਆ ਕੀਤੀ। ਦਇਆ ਕਰਕੇ ਮੈਨੂੰ ਰੱਖਣਾ ਕੀਤਾ ਵਿਕਾਰਾਂ ਵੱਲੋਂ, ਵਿਸ਼ਿਆਂ ਵੱਲੋਂ, ਅਤੇ ਮੈਨੂੰ ਬਚਾ ਲਿਆ। ਅਤੇ ਇੱਥੋਂ ਤੱਕ ਬਖਸ਼ੇ ਭਇਓ ਸਾਧੂ ਸੰਗ। ਪ੍ਰਭੂ ਦੀ ਕਿਰਪਾ ਦੇ ਨਾਲ ਹੀ ਮੈਨੂੰ ਗੁਰੂ ਰੂਪੀ ਸਾਧੂ ਦੀ ਸੰਗਤ ਪ੍ਰਾਪਤ ਹੋ ਗਈ। ਹੁਣ ਅਵਸਥਾ ਕੈਸੀ ਬਣੀ ਹੈ? ਸਤਿਗੁਰੂ ਅਗਲੀ ਪੰਕਤੀ ਦੱਸ ਰਹੇ ਹਨ। ਹਰ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ। ਕਿ ਜਦੋਂ ਦੀ ਗੁਰੂ ਦੀ ਸੰਗਤ ਪ੍ਰਾਪਤ ਹੋਈ, ਗੁਰੂ ਨੇ ਬਖਸ਼ਿਸ਼ ਕੀਤੀ, ਨਾਮ ਦੀ ਦਾਤ ਸਾਨੂੰ ਆਪਣੇ ਦਰੋਂ ਦੇਣਾ ਕੀਤੀ। ਕਹਿੰਦੇ ਜਿਹੜੀ ਰਸਨਾ ਪਹਿਲਾਂ ਹਰ ਸਮੇਂ ਰਸ ਕਥ ਚੱਕਦੀ ਸੀ, ਰਸ ਕਾ ਚੱਕ ਕੇ ਆਖਦੀ ਸੀ ਇਹ ਮਿੱਠਾ ਹੈ, ਇਹ ਕੌੜਾ ਹੈ, ਇਹ ਖੱਟ ਰਸ ਹੈ, ਸਲੂਣਾ ਹੈ, ਅਨੇਕਾਂ ਪ੍ਰਕਾਰ ਦੇ ਪਦਾਰਥ ਚੱਕ ਕੇ ਫਿਰ ਵੀ ਰੱਜਦੀ ਨਹੀਂ ਸੀ। ਅੱਜ ਕਹਿੰਦੇ ਇਹ ਰਸਨਾ ਹੁਣ ਆਪਣੀ ਰਸਨਾ ਦੇ ਰਾਹੀਂ ਹਰੀ ਦੇ ਨਾਮ ਦਾ ਰਸ ਚੱਕਦੀ ਹੈ। ਇਹ ਰਸਨਾ ਹਰੀ ਦੇ ਨਾਮ ਦਾ ਰਸ ਚੱਕ ਰਹੀ ਹੈ। ਵਾਰ ਵਾਰ ਜਿਹੜਾ ਆਪਣੀ ਰਸਨਾ ਤੋਂ ਆਖਣਾ, ਉਚਾਰਨ ਕਰਨਾ, ਵਾਹਿਗੁਰੂ ਵਾਹਿਗੁਰੂ ਜਪਣਾ, ਮਾਨੋ ਇਹ ਰਸ ਚੱਕ ਰਹੇ ਹਨ। ਅਤੇ ਮਿਸ਼ਟ ਗੂੜਾ ਰੰਗ। ਅਤੇ ਕਹਿੰਦੇ ਇੰਨਾ ਮਿੱਠਾ ਹੈ ਪਰਮਾਤਮਾ ਦਾ ਨਾਮ, ਇੰਨਾ ਗੂੜਾ ਹੈ ਕਿ ਕਦੇ ਵੀ ਉਹ ਖਤਮ ਹੋਣ ਵਾਲਾ ਨਹੀਂ ਹੈ। ਕਿਉਂਕਿ ਜਿਨ੍ਹਾਂ ਨੂੰ ਇਹ ਨਾਮ ਦਾ ਰੰਗ ਲੱਗਦਾ ਨਾ, ਫਿਰ ਗੁਰੂ ਸਵਾਰਿਓ ਉਹਨਾਂ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ, ਉਹ ਚਾਹੇ ਆਪਣੇ ਸਰੀਰ ਦੇ ਟੁਕੜੇ ਟੁਕੜੇ ਕਿਉਂ ਨਾ ਹੋ ਜਾਣ, ਇਸ ਰੰਗ ਨੂੰ ਉਤਰ ਨਹੀਂ ਦਿੰਦੇ ਆ। ਦੇਖੋ ਮੁਲਤਾਨ ਦਾ ਕਿਲ੍ਹਾ, ਜਿਹਦੇ ਉੱਤੇ ਦੁਸ਼ਮਣਾਂ ਨੇ ਕਬਜ਼ਾ ਕਰ ਲਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦੀ ਖਬਰ ਪਹੁੰਚੀ ਹੈ ਕਿ ਆਕੀਆਂ ਨੇ ਮੁਲਤਾਨ ਦਾ ਕਿਲ੍ਹੇ ਉੱਤੇ ਕਾਬਜ ਹੋ ਗਏ ਨੇ, ਅਤੇ ਬੜਾ ਔਖਾ ਹੈ ਮੁਲਤਾਨ ਦੇ ਕਿਲ੍ਹੇ ਨੂੰ ਢਹਿ ਢੇਰੀ ਕਰਨਾ। ਇੱਕ ਤੋਪ ਜਿਹਦਾ ਨਾਮ ਹੈ ਜਮ ਜਮ, ਇਹ ਗੁਰੂ ਸਰ ਤੋਪ ਅਹਿਮਦ ਸ਼ਾਹ ਅਬਦਾਲੀ ਨੇ ਤਿਆਰ ਕਰਵਾਈ ਸੀ। ਲਾਹੌਰ ਤੋਂ ਜਿੰਨੇ ਕਾਰੀਗਰ ਸੀ ਸੱਦਣਾ ਕੀਤੇ, ਅਤੇ ਇੱਕ ਕਾਰੀਗਰ ਕਹਿਣ ਲੱਗਿਆ ਕਿ ਵਧੀਆ ਤੋਪ ਬਣ ਜਾਵੇਗੀ, ਪਰ ਜਿੰਨੇ ਵੀ ਇਸ ਲਾਹੌਰ ਦੀ ਧਰਤ, ਜਿੰਨੇ ਵੀ ਪਿੱਤਲ ਦੇ ਭਾਂਡੇ ਨੇ ਨਾ, ਉਹ ਸਾਰੇ ਲੋਕਾਂ ਦੇ ਘਰੋਂ ਇਕੱਠੇ ਕੀਤੇ ਜਾਣ। ਅਤੇ ਪੁਰਾਣੇ ਸਮੇਂ ਪਿੱਤਲ ਦੇ ਭਾਂਡੇ ਹੁੰਦੇ ਸੀ, ਅਤੇ ਉਹ ਭਾਂਡੇ ਤਿਆਰ ਕੀਤੇ, ਇਕੱਠੇ ਕੀਤੇ, ਅਤੇ ਗੁਰੂ ਸਵਾਰ ਨੂੰ ਢਾਲ ਕੇ ਇਸ ਤਰ੍ਹਾਂ ਫਿਰ ਵਧੀਆ ਬੜੀ ਮਜ਼ਬੂਤ ਤੋਪ ਤਿਆਰ ਕੀਤੀ। ਤੋਪ ਤਿਆਰ ਕੀਤੀ, ਅਤੇ ਜੋ ਸਿੱਖਾਂ ਦੇ ਨਾਲ ਅਬਦਾਲੀ ਦੀ ਯੁੱਧ ਹੋਇਆ, ਅਤੇ ਉਦੋਂ ਥੋੜ੍ਹੇ ਸਮੇਂ ਦੇ ਸਿੱਖਾਂ ਨੇ ਇਸ ਤੋਪ ਉੱਤੇ ਕਬਜ਼ਾ ਕਰ ਲਿਆ। ਫਿਰ ਇਹ ਜਿਹੜੀ ਤੋਪ ਸੀ, ਜਿਹੜੇ ਭੰਗੀ ਮਿਸਲ ਵਾਲੇ ਸਨ, ਉਹਨਾਂ ਦੇ ਕੋਲ ਮਿਸਲਾਂ ਵਿੱਚੋਂ ਇਹ ਭੰਗੀ ਮਿਸਲਾਂ ਵਾਲੇ ਕੋਲ ਚਲੀ ਗਈ। ਜਦੋਂ ਹੁਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਕਿ ਜਿਹੜੀ ਉਹ ਕਿਲ੍ਹੇ ਉੱਤੇ ਕਾਬਜ ਹੋ ਗਿਆ ਦੁਸ਼ਮਣ, ਜਦੋਂ ਤੱਕ ਉਹ ਕਿਲ੍ਹੇ ਦੀ ਕੰਧ ਨਹੀਂ ਟੁੱਟਦੀ ਉਦੋਂ ਤੱਕ ਆਪਾਂ ਆਕੀਆਂ ਉੱਤੇ ਕਾਬਜ ਨਹੀਂ ਹੋਏ, ਜਿੱਤ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ ਹੈ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਇਹਨਾਂ ਕੋਲ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਬੰਧ, ਭੰਗੀ ਮਿਸਲ ਕੋਲ ਦਰਬਾਰ ਸਾਹਿਬ ਦਾ ਪ੍ਰਬੰਧ ਹੁੰਦਾ ਸੀ। ਅਤੇ ਉਦੋਂ ਫਿਰ ਇਹ ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚੇ। ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਜਾ ਕੇ ਨਤਮਸਤਕ ਹੋਏ, ਮੱਥਾ ਟੇਕਿਆ। ਮੱਥਾ ਟੇਕਣ ਉਪਰੰਤ ਮੁਖੀ ਸੀ ਭਾਈ ਫੂਲਾ ਸਿੰਘ ਜੀ, ਅਤੇ ਪਰ ਉਹ ਕਿਤੇ ਬਾਹਰ ਗਏ ਹੋਏ ਸਨ। ਉਸ ਸਮੇਂ ਮੌਕੇ ਦੇ ਜਿਹੜੇ ਮੁਖੀ ਸੀ ਬਾਬਾ ਸਾਧੂ, ਭਾਈ ਸਾਧੂ ਸਿੰਘ ਜੀ ਸਨ। ਭਾਈ ਸਾਧੂ ਸਿੰਘ ਨੂੰ ਜਾ ਕੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਦੁਸ਼ਮਣ ਹਾਵੀ ਹੋ ਗਿਆ ਹੈ, ਦੁਸ਼ਮਣ ਨੇ ਮੁਲਤਾਨ ਦੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ ਹੈ,
ਤੇ ਜੇਕਰ ਦੁਸ਼ਮਣ ਦੀ ਜਿੱਤ ਪ੍ਰਾਪਤ ਹੋਈ ਤੇ ਖਾਲਸੇ ਪੰਥ ਦੀ ਬਹੁਤ ਵੱਡੀ ਬੇਇੱਜ਼ਤੀ ਹੈ। ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਹਾਂ। ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰੋ ਤਾਂ ਕਿ ਸਾਨੂੰ ਬਸ ਨਾਲ ਲੈ ਕੇ ਤੋਪ ਲੈ ਕੇ ਉਸ ਥਾਂ 'ਤੇ ਪਹੁੰਚ ਗਏ। ਤੋਪ ਸਾਹਮਣੇ ਕੀਤੀ ਕਿਲੇ ਦੇ, ਗੋਲਾ ਪਾਇਆ, ਇੱਕ ਗੋਲਾ ਛੱਡਿਆ ਤੇ ਕਿਲੇ ਦੀ ਕੰਧ ਉੱਤੇ ਥੋੜ੍ਹੀ ਜਿਹੀ ਤਰੇੜ ਆਈ ਹੈ। ਦੂਜਾ ਗੋਲਾ ਛੱਡਿਆ, ਥੋੜ੍ਹੀ ਜਿਹੀ ਤਰੇੜ ਹੋਰ ਆਈ ਹੈ। ਤੀਜਾ ਗੋਲਾ ਇੱਕੋ ਇੱਕ ਤਰੀਕਾ, ਜੇਕਰ ਇਹ ਤੋਪ ਥੱਲੇ ਡੇਗੀ ਨੂੰ ਸਹਾਰਾ ਨਹੀਂ ਮਿਲਿਆ ਫਿਰ ਅਸੀਂ ਮੁਲਤਾਨ ਦੇ ਕਿਲੇ ਉੱਤੇ ਜਿੱਤ ਪ੍ਰਾਪਤ ਨਹੀਂ ਕਰ ਸਕਾਂਗੇ। ਇਹਦੇ ਉੱਤੇ ਜਿੱਤ ਪ੍ਰਾਪਤ ਕਰਨੀ ਬੜੀ ਔਖੀ ਹੋ ਜਾਏ ਕਿ ਬੈਲੈਂਸ ਨਹੀਂ ਬਣਨਾ। ਕਹਿੰਦੇ ਕੀ ਕੀਤਾ ਜਾਵੇ? ਕਹਿੰਦੇ ਹਾਂ, ਇੱਕ ਕੰਮ ਹੋ ਸਕਦਾ ਹੈ, ਜੇਕਰ ਕੋਈ ਸੂਰਮਾ ਇਸ ਥੱਲੇ ਆ ਕੇ ਮੋਢਾ ਦੇਵੇ, ਉਹਦੇ ਮੋਢਾ ਦੇਣ ਦੇ ਨਾਲ ਜਿਹੜੀ ਹੈ ਇਹ ਗੋਲਾ ਚੱਲ ਸਕਦਾ ਹੈ। ਫਿਰ ਆਪਾਂ ਇਸ ਮੁਲਤਾਨ ਦੇ ਕਿਲੇ ਨੂੰ ਢਹਿ ਢੇਰੀ ਕਰ ਸਕਦੇ ਹਾਂ। ਤੇ ਗੁਰੂ ਸਵਾਰੇ ਹੋਇਆ ਵੀ ਇਸ ਤਰ੍ਹਾਂ। ਜਦੋਂ ਕਹਿਣ ਲੱਗੇ ਸਿੰਘ ਆਪ ਇੰਨਾ ਚਾਅ ਸੀ ਮਿਸ਼ਟ ਗੂੜਾ ਰੰਗ, ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਿਆ ਹੋਇਆ ਸੀ, ਜਿਨ੍ਹਾਂ ਨੂੰ ਇਹ ਸੀ ਪਤਾ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਗੁਰੂ ਸਾਹਿਬਾਨ ਦੀ ਨਾ ਪੰਕਤੀਆਂ ਦੇ ਧਾਰਨੀ ਬਣੇ ਹੋਏ ਸਨ। ਜਦੋਂ ਆਖਿਆ ਨਾ ਕਿ ਕੋਈ ਇੱਥੇ ਆ ਕੇ ਮੋਢਾ ਦੇਵੇ, ਫਿਰ ਕਹਿੰਦੇ ਇਹ ਤੋਪ ਚੱਲ ਸਕਦੀ ਹੈ। ਤੇ ਸਿੰਘ ਆਪਸ ਵਿੱਚ ਕਹਿਣ ਲੱਗੇ, ਕੋਈ ਕਹਿੰਦਾ ਮੈਂ ਪਹਿਲਾ ਮੋਢਾ ਦੇਣਾ, ਕੋਈ ਕਹਿੰਦਾ ਮੈਂ ਪਹਿਲਾ ਮੋਢਾ ਦੇਣਾ ਹੈ। ਤੇ ਇਸ ਤਰ੍ਹਾਂ ਝਗੜਾ ਵੱਧ ਗਿਆ ਆਪਸ ਵਿੱਚ। ਝਗੜਾ ਵੱਧ ਰਿਹਾ। ਜਦੋਂ ਇਸ ਤਰ੍ਹਾਂ ਕਾਫੀ ਰੌਲਾ ਪੈ ਗਿਆ ਤੇ ਭਾਈ ਸਾਧੂ ਸਿੰਘ ਜੀ ਮੁਖੀ ਸੀ ਉਸ ਸਮੇਂ, ਕਹਿਣ ਲੱਗੇ ਦੱਸੋ ਤੁਹਾਡਾ ਜਥੇਦਾਰ ਕੌਣ ਹੈ? ਕੌਣ ਹੈ ਤੁਹਾਡਾ ਸੈਨਾਪਤੀ? ਕਹਿਣ ਲੱਗੇ ਤੁਸੀਂ ਨੇ। ਕਹਿਣ ਲੱਗੇ ਇਸ ਕਰ ਜਿਹੜਾ ਮੁਖੀ ਹੁੰਦਾ ਹੈ, ਕੋਈ ਸੈਨਾਪਤੀ ਸੈਨਾ ਲੈ ਕੇ ਆਇਆ ਏ, ਜੇ ਕੋਈ ਸੰਕਟ ਦੀ ਘੜੀ ਹੋਵੇ ਤੇ ਸਭ ਤੋਂ ਪਹਿਲਾਂ ਅੱਗੇ ਮੁਖੀ ਬੰਦੇ ਨੂੰ ਅੱਗੇ ਲੱਗਣਾ ਚਾਹੀਦਾ ਹੈ। ਇਸ ਕਰਕੇ ਸਾਰੇ ਪਿੱਛੇ ਹਟ ਜਾਓ, ਸਭ ਤੋਂ ਪਹਿਲਾਂ ਮੈਂ ਲੱਗਾਂਗਾ। ਤੇ ਗੁਰੂ ਸਾਰੇ ਚੁੱਪ ਕਰਕੇ, ਜਥੇਦਾਰ ਦਾ ਹੁਕਮ ਸੀ। ਤੇ ਕਹਿੰਦੇ ਨੇ ਉਸ ਸਮੇਂ ਭਾਈ ਸਾਧੂ ਸਿੰਘ ਨੇ ਜਾ ਕੇ ਮੋਢਾ ਦਿੱਤਾ, ਉਧਰ ਤੋਪਚੀ ਨੇ ਗੋਲਾ ਪਾਇਆ। ਜਦੋਂ ਪਲੀਤਾ ਲਾਇਆ ਤੇ ਗੁਰੂ ਸਵਾਰੇ ਗੋਲਾ ਚੱਲਿਆ ਏ, ਕਿਲੇ ਦੀ ਕੰਧ ਨੂੰ ਜਾ ਕੇ ਲੱਗਿਆ, ਪਾੜ ਪੈ ਗਿਆ। ਪਰ ਇੱਧਰ ਭਾਈ ਸਾਧੂ ਸਿੰਘ ਜਿਹੜਾ ਗੁਰੂ ਸਵਾਰੇ ਸਰੀਰ ਸੀ ਨਾ, ਉਹ ਤੁੰਬਾ ਉੱਠ ਖਤਮ ਹੋ ਗਿਆ, ਹੱਡੀਆਂ ਦਾ ਚੂਰਾ ਹੋ ਗਿਆ। ਇਸ ਤਰ੍ਹਾਂ ਸਾਰਾ ਖਲਾਰਾ ਪੈ ਗਿਆ। ਕਹਿੰਦੇ ਉਸ ਤੋਂ ਬਾਅਦ ਦੂਜਾ ਸਿੰਘ ਆਇਆ, ਦੂਜਾ ਸਿੰਘ ਵੀ ਇਸੇ ਤਰ੍ਹਾਂ ਬੈਠਿਆ। ਫਿਰ ਗੁਰੂ ਸਰੇ ਗੋਲਾ ਚੱਲਿਆ, ਉਧਰ ਕਿਲੇ ਦੀ ਜਿਹੜਾ ਪਾੜ ਹੋਰ ਜ਼ਿਆਦਾ ਵਧਿਆ ਏ ਤੇ ਇੱਧਰ ਦੂਜਾ ਸਿੰਘ ਵੀ ਚਲੇ ਗਿਆ। ਤੀਜੀ ਦੀ ਵਾਰੀ, ਚੌਥੇ ਦੀ ਵਾਰੀ 17 ਗੋਲੇ ਚੱਲੇ। 17 ਗੋਲੇ, ਕੁੱਲ 17 ਗੋਲੇ ਚੱਲੇ। ਤੇ ਗੁਰੂ ਸਵਾਰੇ ਉਹ 17 ਸਿੰਘ ਸੀ। ਉਸ ਸਮੇਂ ਇਹਨਾਂ ਨੇ ਆਪਣੇ ਤੂੰਬਾ ਕਰਕੇ ਉਡਾ ਲਿਆ, ਪਰ ਕਿਲੇ ਉੱਤੇ ਜਿੱਤ ਪ੍ਰਾਪਤ ਕਰ ਲਈ। ਸਰ ਹੋ ਗਿਆ ਕਿਲਾ। ਤੇ ਇਹੋ ਜਿਹੇ ਸੂਰਮੇ ਸਨ ਗੁਰੂ ਸਾਹਿਬ ਜਿਹੜੇ ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਿਆ ਹੋਇਆ ਸੀ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਬਸ ਤਾਂਕੈ, ਜਾ ਕਾ ਸਤਿਗੁਰ ਪੂਰਾ। ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਦਾ ਨਾ, ਤੇ ਉਹ ਫਿਰ ਗੁਰੂ ਸਾਹਿਬ ਮੌਤ ਦੀ ਪਰਵਾਹ ਨਹੀਂ ਕਰਦੇ। ਉਹ ਅੱਠੇ ਪੈਰ ਫਿਰ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ, ਜੇ ਧਰਮ ਲੋੜ ਪਵੇ ਨਾ ਧਰਮ ਦੇ ਲਈ, ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਨੇ। ਤੇ ਸਤਿਗੁਰੂ ਕਹਿੰਦੇ ਉਹ ਕਿਹੋ ਜਿਹੇ ਨੇ? ਕਹਿੰਦੇ ਉਹ ਨੇ ਜਿਹੜੇ ਰਸਨਾ ਦੇ ਰਾਹੀਂ ਨਾਮ ਦਾ ਰਸ ਚੱਕਦੇ ਨੇ। ਉਹ ਨੇ ਜਿਤ ਕਹਿੰਦੇ ਉਹ ਕਿਹੋ ਜਿਹੇ? ਸਤਿਗੁਰੂ ਬਚਨ ਕਰਦੇ ਨੇ, ਕਹਿੰਦੇ ਭਾਈ ਹਰ ਨਾਮ ਰਸ ਰਸਨਾ ਉਚਾਰੈ। ਉਹਨਾਂ ਨੂੰ ਹਰੀ ਦੇ ਨਾਮ ਦਾ ਰਸ ਆਉਂਦਾ, ਆਪਣੀ ਰਸਨਾ ਦੇ ਨਾਲ ਹਰੀ ਦੇ ਨਾਮ ਦਾ ਉਚਾਰਨ ਕਰਦੇ ਹਨ। ਤੇ ਮਿਸ਼ਟ ਗੂੜਾ ਰੰਗ, ਕਹਿੰਦੇ ਇਹ ਇੰਨਾ ਮਿੱਠਾ, ਕਹਿੰਦੇ ਪਰਮਾਤਮਾ ਦਾ ਨਾਮ, ਕਹਿੰਦੇ ਉਹ ਗੂੜਾ ਰੰਗ, ਕਹਿੰਦੇ ਉਹ ਭਗਤੀ ਦਾ ਰੰਗ ਕਹਿੰਦੇ ਚੜ੍ਹ ਜਾਂਦਾ ਹੈ, ਜਿਹਦੇ ਅੱਗੇ ਸਾਰੇ ਰੰਗ ਕਹਿੰਦੇ ਫਿਰ ਫਿੱਕੇ ਜਾਪਦੇ ਹਨ। ਰਹਾਉ ਸੰਸਾਰ ਸਾਗਰ ਜਿਨ ਉਪਾਇਓ, ਸਰਣ ਪ੍ਰਭ ਕੀ ਕਹੀ, ਗੁਰ ਪ੍ਰਸਾਦੀ ਪ੍ਰਭ ਆਰਾਧੇ, ਜਮ ਕੰਕਰ ਕਿਛ ਨਾ ਕਹੀ। ਰਹਾਉ ਵਾਲੀ ਪੰਕਤੀ 'ਚ ਵਿਸ਼ਰਾਮ ਦੇ ਕੇ
रुक के गुरु साहिबान जी ठहरा दे के बचन करते ने, संसार सागर जिन उपाय। संसार की एक समुंदर दी न्याई है। जिस मालिक ने ये संसार सागर पैदा किया है, शरण प्रभ की गही, मैं उस प्रभु की शरण तकना की है। भाव उस मालिक की शरण गही पकड़ी है, उस मालिक का ओट आसरा तकिया है। गुर प्रसादी प्रभ आराधे, गुरु की प्रसाद कृपा दे राही प्रभु की आराधना की, प्रभु नूं चेते किया, जिस करके जम कंकर किश ना कही। जिहड़े जम कंकर जमदूत ने, जिन्हां जमदूतां दा हर एक मनुख के अंदर भै है, डर सताउंदा है। किते ये जमां दी मार जिहड़ी सहनी बड़ी औखी है, क्योंकि साडे धर्म ग्रंथ कहंदे ने, साहिबां दी बाणी सानूं दसदी है कि ये जम ने जो परमात्मा दे पैदा कीते हुए ने। जदों कोई मनुख संसार तो जिहड़ा नाम रसी या बंदगी करन वाला होवे, उस रूह नूं लैण वास्ते आवे, फिर परमात्मा दे भेजे हुए गण आउंदे ने। ਉਹ जीव आउंदे जिन्हां ने कमाइयां कीतियां हुंदियां ने। जे कोई पापी जीव संसार तो जिन्हें सारी उम्र पाप कीते हुण चंगा कोई कर्म ना कीता होवे, उस रूह नूं लैण लई फिर परमात्मा दे भेजे हुए जामी आउंदे ने। दोनों उहदे हुक्म विच ने, गण भी परमात्मा दे हुक्म विच ने ते जम भी परमात्मा दे हुक्म विच ने। गण गुरु सर सजदा करदे ने, जम फिर गुरु सर जिहड़े उदों फिर जिहदे कीते कर्मां अनुसार रास्ते विच सजा दित्तियां जांदियां ने। सो सतगुरु कहंदे ने फिर वो जम कंकर किश ना कही। जमा जिहड़े जम कंकर ने, जिहड़े जिंद दे बैरी ने, कहंदे वो फिर कुछ नहीं आखदे। भाव उन्हां जीवां दे अंदरों जिन्हां ने गुरु की किरपा दे नाल वाहिगुरू दा नाम जपिया हुंदा है, उन्हां दे अंदरों फिर मौत दा डर बिल्कुल खत्म हो जाता है। सतगुर दे बचन आपां पढ़दे हां कि धर्म राए दर लेखा, धर्म राए दर कागद फारे, जन नानक लेखा समझा। नाम जपण वालियां दी यही जी अवस्था बन जाती है। धर्म राया जो बनाया होया, जिहड़ा धर्म का न्याय करता है, जिहदी ये ड्यूटी लाई हुई जीव दे कीते हुए कर्मां दा हिसाब किताब करता है। कहंदे जदों नाम रस्सी आ बंदगी करन लग पे जीव, नाम जपदा होवे संसार तो जावे, कहंदे फिर उत्थे मालक दी दरगाह विखे उहदा लेखा जोखा आप सतगुरु समझ लैंदे ने। धर्मराज दे दर दे जिहड़े बेही खाते वो कागज फाड़े जांदे ने। भाव पिछले औगण सतगुरु बख्श दिंदे ने, अगे श्रेष्ठ मार्ग ते पा दिंदे हन। इस करके गुरु सरे उन्हां नूं फिर जम कंकर कुछ नहीं आखदे हन। मोख मुकत दुआर जाकै, संत हृदा भंडार, जी जुगत सुजान सुआमी, सदा राखण हार। मोख मुकत, मोख कहंदे ने, मोख मुकत पा मुक्ति का जो दरवाजा, मुक्त होना, जम्मण मरण तो रहत होना। कहंदे वो मोख मुक्ति का दरवाजा किहड़ा है? कहंदे वो संत हृदा पंडे, रब दे प्यारे संत जन, उन्हां दा जिहड़ा हिरदा है, कहंदे उत्थे भंडारे पे हुए ने मुक्ति मुक्त होने दे लई। हुण संत तो भाव की है? जिहड़े संत जन गुरु सवारिओ परमात्मा की इबादत करते हैं, प्रभु परमात्मा विच भेद ने लीन ने। पहला भी दास ने कई बारी बेनती की है कि संत शब्द अपने नाम नाल लैण ला लेना सौखा है, ते संत बनना बड़ा औखा है। ते जिन्हां ने गुरु सरिओ बहुत अजोके समय बहुत सारे संत महात्मा इहो ਜਿਹੇ ने ਜਿਹੜੇ सहारा तो धन गुरु ग्रंथ साहिब महाराज की पावन बाणी का लैंदे ने, पर पूजा गुरु सरे अपनी कराते हैं। नाम रस्सीए बंदगी करन वाले दा सत्कार करो, जिन्ना हो सके वध तो वध सत्कार करो। पर यह देखना करो जिस तू आपां जाके जिहदे दर ते आपां पहुँचते हैं कि वो गुरु ग्रंथ साहिब महाराज लड़ लगे है,
ਆਪ ਸਤਿਗੁਰ ਦੀ ਬਾਣੀ ਉੱਤੇ ਟੇਕ ਰੱਖਦਾ, ਭਰੋਸਾ ਰੱਖਦਾ, ਤੇ ਲੋਕਾਈ ਨੂੰ ਫਿਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਲੜ ਜੋੜਦਾ ਹੋਵੇ, ਸਤਿਗੁਰ ਦੇ ਲੜ ਲਾਉਂਦਾ ਹੋਵੇ, ਐਸੇ ਮਹਾਂਪੁਰਖ ਦਾ ਸਤਿਕਾਰ ਕਰੋ। ਜਿਹੜਾ ਗੁਰੂ ਸਵਾਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬਾਣੀ ਦਾ ਸਹਾਰਾ ਲੈ ਕੇ ਤੇ ਮੱਥਾ ਆਪ ਨੂੰ ਟਿਕਾਉਂਦਾ ਹੋਵੇ, ਸਤਿਗੁਰੂ ਨੂੰ ਮੱਥਾ ਨਾ ਟਿਕਾਉਂਦਾ ਹੋਵੇ, ਉਹ ਗੁਰੂ ਸਵਾਰੇ ਫਿਰ ਇਹ ਸੋਚ ਲਓ ਉਹਦੇ ਦਰ 'ਤੇ ਆਪਾਂ ਨਹੀਂ ਜਾਣਾ, ਉੱਥੇ ਫਿਰ ਮਨਮਤ ਹੋ ਰਹੀ ਹੈ। ਇਸ ਕਰਕੇ ਉਹਨਾਂ ਪਿਆਰਿਆਂ ਦੀ ਸਤਿਗੁਰੂ ਗੱਲ ਕਰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ, ਜਿਹੜੇ ਰੋਮ ਰੋਮ ਦਾ ਹੀ ਉਸ ਮਾਲਕ ਨੂੰ ਚੇਤੇ ਕਰਦੇ ਨੇ। ਕਹਿੰਦੇ ਉਹਨਾਂ ਸੰਤ ਜਨਾਂ ਦੀ ਸੰਗਤ ਕਰ, ਉਹਨਾਂ ਦੇ ਹਿਰਦੇ ਵਿੱਚ ਇਹ ਭੰਡਾਰਾ ਪਿਆ ਨਾਮ ਦਾ, ਉਹਨਾਂ ਜਪਿਆ ਏ, ਜਦੋਂ ਸੰਗਤ ਕਰਾਂਗੇ ਤੈਨੂੰ ਵੀ ਰੰਗ ਲੱਗੇਗਾ। ਕਹਿੰਦੇ ਫਿਰ ਭਾਈ ਉਹਨਾਂ ਦੀ ਸੰਗਤ ਕਰਕੇ ਤੈਨੂੰ ਮੋਖ ਮੁਕਤ, ਤੈਨੂੰ ਮੁਕਤੀ ਮਿਲ ਜਾਵੇ, ਮੋਖ ਇੱਛਾ ਤੈਨੂੰ ਪ੍ਰਾਪਤ ਹੋ ਜਾਵੇਗੀ। ਜੀ ਜੁਗਤ ਸੁਜਾਨ ਸੁਆਮੀ ਸਦਾ ਰਾਖਣ ਹਾਰ, ਉਹ ਪਰਮਾਤਮਾ ਜੀਵਾਂ ਨੂੰ ਜੁਗਤੀ ਦੇਣ ਵਾਲਾ, ਸੁਜਾਨ ਉਹ ਸਿਆਣਾ ਹੈ, ਜੁਗਤੀ ਸਿਖਾਉਣ ਵਾਲਾ ਸਿਆਣਾ ਹੈ। ਸਦੀਵੀ ਕਾਲ ਲਈ ਗੁਰੂ ਸਵਾਰਿਓ ਉਹ ਰੱਖਿਆ ਕਰਨ ਵਾਲਾ ਹੈ, ਹਰ ਸਮੇਂ ਮਾਲਕ ਜੀਵਾਂ ਦੀ ਰੱਖਿਆ ਕਰਨ ਵਾਲਾ। ਰੱਖਿਆ ਕਿਵੇਂ ਕਰਦਾ ਹੈ? ਸੋਦਰ ਦੀ ਬਾਣੀ ਵਿੱਚ ਆਪਾਂ ਸਤਿਗੁਰੂ ਦਾ ਇਹ ਸ਼ਬਦ ਪੜ੍ਹਦੇ ਹਾਂ। ਸਤਿਗੁਰੂ ਕਹਿੰਦੇ ਨੇ, ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਹੋਆ ਆਪ ਦਇਆਲ ਮਨਹੁ ਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵਜਲ ਤਾਰਿਅਨ। ਫਿਰ ਅਖੀਰਲੀਆਂ ਪੰਕਤੀਆਂ 'ਚ ਪਾਤਸ਼ਾਹ ਬਚਨ ਕਰਦੇ ਨੇ, ਸਾਧ ਜਨਾ ਕੈ ਸੰਗ ਭਵਜਲ ਤਾਰਿਅਨ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ, ਤਿਸ ਸਾਹਿਬ ਕੀ ਟੇਕ, ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਜਿਹਦਾ ਸਿਮਰਨ ਕਰਨਾ ਸਾਰੇ ਦੁੱਖ ਚਲੇ ਜਾਂਦੇ ਨੇ। ਕਹਿੰਦੇ ਉਸ ਮਾਲਕ ਦੀ ਟੇਕ ਲੈਣਾ ਕਰ ਭਾਈ। ਜਦੋਂ ਇਸ ਐਸੇ ਮਾਲਕ ਦੀ ਟੇਕ ਲਵੇਗਾ ਫਿਰ ਮਾਲਕ ਨੇ ਤੇਰੀ ਹਰ ਥਾਂ 'ਤੇ ਰੱਖਿਆ ਕਰਨੀ ਹੈ। ਉਹ ਸਦਾ ਰਾਖਣ ਹਾਰ, ਉਹ ਵਾਹਿਗੁਰੂ ਸਦੀਵੀ ਕਾਲੀ ਐ ਜੀਵ ਤੇ ਰੱਖਿਆ ਕਰਨ ਵਾਲਾ ਹੈ। ਇਸ ਲੋਕ ਵਿੱਚ ਰੱਖਿਆ ਕਰਦਾ ਤੇ ਪਰਲੋਕ ਦੇ ਵਿੱਚ ਵੀ ਰੱਖਿਆ ਕਰਨ ਵਾਲਾ ਹੈ। ਦੁਖ ਦਰਦ ਕਲੇਸ਼ ਬਿਨਸਹਿ, ਜਿਸ ਵਸੈ ਮਨ ਮਾਹੇ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ, ਵਾਹਿਗੁਰੂ ਦੀ ਯਾਦ, ਗੁਰੂ ਦੀ ਯਾਦ ਵਸ ਜਾਂਦੀ ਹੈ, ਉਹਨਾਂ ਦੇ ਕੋਲੋਂ ਫਿਰ ਦੁੱਖ ਦਰਦ ਤਕਲੀਫ ਕਲੇਸ਼ ਇਤਿਆਦਿਕ ਇਹ ਸਾਰੇ ਬਿਨਸਾ ਖਤਮ ਹੋ ਜਾਂਦੇ ਨੇ, ਮੁੱਕ ਜਾਂਦੇ ਨੇ। ਕਿਉਂਕਿ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਜਿਨ੍ਹਾਂ ਨੇ ਸਾਹਿਬਾਂ ਦੀ ਬਾਣੀ ਸੁਣੀ ਉਹਨਾਂ ਦੇ ਅੰਦਰੋਂ ਫਿਰ ਦੁੱਖ ਚਲੇ ਗਏ, ਉਹਨਾਂ ਦੇ ਅੰਦਰੋਂ ਰੋਗ ਮੁੱਕ ਗਏ, ਸਾਰੇ ਸੰਤਾਪ ਖਤਮ ਹੋ ਗਏ ਉਹਨਾਂ ਦੇ। ਤੇ ਗੁਰੂ ਸਵਾਰੇ ਫਿਰ ਸੰਤ ਸਾਜਨ ਭਏ ਸਰਸੇ। ਸਰਸੇ ਦਾ ਅਰਥ ਹੈ ਸਹਿਤ ਰਸ ਵਾਲੇ। ਉਹ ਖਿੜ ਜਾਂਦੇ ਨੇ, ਉਹ ਖਿੜੇ ਹੋਏ ਹੁੰਦੇ ਨੇ ਹਰ ਸਮੇਂ, ਕਦੇ ਉਹਨਾਂ ਦਾ ਮਨ ਮੁਰਝਾਉਂਦਾ ਨਹੀਂ ਹੈ। ਤੇ ਆਮ ਤੌਰ 'ਤੇ ਜਿਹੜੇ ਲੋਕ ਜਿਹੜੇ ਸ਼ਰਾਰਤੀ ਅਨਸਰ ਨੇ ਇਹ ਅਰਥ ਕਰਦੇ ਕਿ ਸੰਤ ਸਾਜਨ ਭਏ ਸਰਸੇ। ਉਹ ਸਰਸੇ ਵਾਲੇ ਦਾ ਨਾਮ ਲੈ ਕੇ ਕਹਿੰਦੇ ਸਰਸੇ ਵਾਲੇ ਸਰਸੇ ਵਾਲੇ ਸਾਧ ਦਾ ਨਾਮ ਇੱਥੇ ਲਿਆ ਗਿਆ। ਨਹੀਂ ਗੁਰੂ ਸਵਾਰੇ, ਇਹ ਬਿਲਕੁਲ ਗਲਤ ਹੈ। ਸਰਸੇ ਸਹਿਤ ਰਸ ਵਾਲੇ, ਜਿਹਨੂੰ ਨਾਮ ਦਾ ਰਸ ਪ੍ਰਾਪਤ ਹੋ ਗਿਆ, ਜਿਹੜੇ ਉਸ ਮਾਲਕ ਵਿੱਚ ਅਭੇਦ ਹੋ ਗਏ, ਲੀਨ ਹੋ ਗਏ, ਜਿਹੜੇ ਉਸ ਮਾਲਕ ਦੀ ਯਾਦ ਵਿੱਚ ਹਰ ਸਮੇਂ ਖਿੜੇ ਰਹਿੰਦੇ ਨੇ, ਉਹਨਾਂ ਦੀ ਗੱਲ ਕੀਤੀ ਗਈ ਹੈ। ਇਸ ਕਰਕੇ ਸਤਿਗੁਰੂ ਇੱਥੇ ਸਮਝਾਉਂਦੇ ਨੇ ਭਾਈ ਪੂਰੇ ਗੁਰ ਤੇ ਜਾਣੀ। ਤੇ ਸਤਿਗੁਰ ਦੀ ਬਾਣੀ ਨੂੰ ਆਪਾਂ ਪੜ੍ਹਾਂਗੇ ਤੇ ਫਿਰ ਗੁਰੂ ਸਰ ਸਤਿਗੁਰ ਦੀ ਬਖਸ਼ਿਸ਼ ਹੋਣੀ ਹੈ। ਇਸ ਕਰਕੇ ਦੁੱਖ ਰੋਗ ਸੰਤਾਪ, ਜਿਹੜੇ ਦੁੱਖ ਦਰਦ ਕਲੇਸ਼ ਨੇ ਸਾਡੇ, ਇਹ ਸਾਰੇ ਬਿਨਸ ਜਾਂਦੇ ਹਨ, ਖਤਮ ਹੋ ਜਾਣਗੇ।
ਜਿਨ੍ਹਾਂ ਦੇ ਮਨ ਵਿੱਚ ਉਸ ਮਾਲਕ ਦੀ ਯਾਦ ਵਸ ਜਾਂਦੀ ਹੈ। ਤੇ ਆਪਾਂ ਸਾਰੇ ਦੁੱਖਾਂ ਦਾ ਇਲਾਜ ਹੀ ਗੁਰੂ ਸਰੇ ਹੀ ਹੈ, ਪਰਮਾਤਮਾ ਦਾ ਨਾਮ। ਜੇ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਦੇ ਵਿੱਚ ਹੈ ਤੇ ਸਾਨੂੰ ਕੋਈ ਦੁੱਖ ਪਹੁੰਚ ਨਹੀਂ ਸਕਦਾ। ਇਹਦਾ ਮਤਲਬ ਇਹ ਨਹੀਂ ਕਿ ਜੀਵ ਨੂੰ ਦੁੱਖ ਨਹੀਂ ਫਿਰ ਆਉਂਦੇ। ਜਿਹੜੇ ਨਾਮ ਜਪਣ ਵਾਲੇ ਸਨ, ਬੰਦਗੀ ਕਰਨ ਵਾਲੇ ਸੀ, ਉਹਨੂੰ ਤੱਤੀਆਂ ਤਵੀਆਂ ਉੱਤੇ ਬੈਠਣਾ ਪਿਆ, ਚਰਖੜੀਆਂ ਉੱਤੇ ਚੜ੍ਹਨਾ ਪਿਆ ਉਹਨਾਂ ਨੂੰ, ਉਹ ਦੁੱਖ ਨਹੀਂ ਸੀ। ਉਬਲਦੇ ਦੇਗੇ ਵਿੱਚ ਉਬਾਲਿਆ ਗਿਆ। ਬਾਬਾ ਲਛਮਣ ਸਿੰਘ ਧਾਰੋਵਾਲ ਨੂੰ ਜੰਡ ਨਾਲ ਪੁੱਠਾ ਲਮਕਾ ਕੇ ਸਾੜਿਆ ਗਿਆ। ਦੁੱਖ ਸੀ, ਪਰ ਦੁੱਖ ਨੂੰ ਮਿੱਠਾ ਕਰਕੇ ਮੰਨਣ ਦਾ, ਭਾਣਾ ਮੰਨਣ ਦਾ ਸਤਿਗੁਰੂ ਨੇ ਬਲ ਬਖਸ਼ਿਸ਼ ਕਰ ਦਿੱਤਾ ਕਿ ਪਰਮਾਤਮਾ ਇਹ ਤੇਰੀ ਰਜ਼ਾ ਹੈ, ਤੇਰਾ ਹੁਕਮ ਹੈ, ਤੇਰੇ ਹੁਕਮ ਦੇ ਵਿੱਚ ਰਹਿ ਕੇ ਅਸੀਂ ਇਹ ਦੁੱਖ ਝੱਲਾਂਗੇ। ਕਿਤੇ ਇਹ ਮਾਲਕ ਬਖਸ਼ਿਸ਼ ਕਰਨੀ, ਕਿਤੇ ਆਪਾਂ ਡੋਲ ਨਾ ਜਾਈਏ। ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਉਹਨਾਂ ਦੀ ਅਵਸਥਾ ਇਹੋ ਜਿਹੀ ਬਣ ਗਈ ਸੀ। ਨਾਮ ਰਸੀਆਂ ਦੇ ਕਿਉਂਕਿ ਸ਼ਹਾਦਤ ਉਦੋਂ ਦਿੱਤੀ ਜਾ ਸਕਦੀ ਹੈ ਜਦੋਂ ਸਾਡੇ ਮਨ ਵਿੱਚੋਂ ਸਰੀਰ ਦਾ ਮੋਹ ਖਤਮ ਹੋ ਗਿਆ। ਜਦੋਂ ਤੱਕ ਸਾਨੂੰ ਆਪਣੇ ਸਰੀਰ ਦੇ ਅੰਗਾਂ ਦਾ ਮੋਹ ਹੈ, ਉਦੋਂ ਤੱਕ ਗੁਰੂ ਸਾਹਿਬ ਸ਼ਹੀਦ ਨਹੀਂ ਆਪਾਂ ਕਹਿਲਾ ਸਕਦੇ ਹਾਂ। ਸ਼ਹੀਦ ਉਹ ਹੋਏ ਨੇ ਜਿਨ੍ਹਾਂ ਨੇ ਆਪਣੇ ਸਰੀਰ ਦਾ ਮੋਹ ਤਿਆਗਿਆ ਹੋਇਆ ਸੀ। ਚਾਹੇ ਉਹ ਫਿਰ ਚਮਕੌਰ ਦੀ ਗੜੀ ਵਿੱਚ 40 ਸਿੰਘ ਸੀ, ਕੋਈ 10 ਲੱਖ ਫੌਜ ਸੀ, ਪਤਾ ਸੀ 5-5 ਸਿੰਘਾਂ ਦਾ 6-6 ਸਿੰਘਾਂ ਦਾ ਜਥਾ ਜਾਂਦਾ ਸੀ ਬਾਹਰ, ਕਿ ਪਤਾ ਸੀ ਕਿ ਬਾਹਰ ਜਾਵਾਂਗੇ ਸਰੀਰ ਦੇ ਟੁਕੜੇ ਟੁਕੜੇ ਹੋਣੇ ਨੇ, ਦੁਬਾਰਾ ਵਾਪਸ ਨਹੀਂ ਮੁੜ ਕੇ ਆਉਣਾ। ਪਰ ਅਵਸਥਾ ਇਹੋ ਜਿਹੀ ਬਣ ਚੁੱਕੀ ਸੀ, ਸਰੀਰ ਦਾ ਮੋਹ ਤਿਆਗਿਆ ਹੋਇਆ ਸੀ ਤੇ ਜੂਝਦੇ ਗਏ, ਸਰੀਰ ਦੇ ਟੁਕੜੇ ਟੁਕੜੇ ਹੋ ਗਏ, ਸ਼ਹਾਦਤ ਦੇ ਜਾਮ ਪੀ ਲਏ ਤੇ ਗੁਰੂ ਸਵਾਰਿਓ ਫਿਰ ਉਹ ਅਮਰ ਹੋ ਗਏ ਸਦੀ ਵੀ ਕਾਲ ਲਈ। ਜਦੋਂ ਤੱਕ ਸਰੀਰ ਅੰਦਰ, ਸਾਡਾ ਮਨ ਅੰਦਰ ਸਰੀਰ ਦਾ ਮੋਹ ਹੈ ਤੇ ਉਦੋਂ ਤੱਕ ਤਾਂ ਸਾਨੂੰ ਦੁੱਖ ਇਹ ਵਿਆਪਣਗੇ। ਦੁੱਖਾਂ ਦਾ ਸਾਨੂੰ ਜਿਹੜੇ ਦੁੱਖ ਲੱਗੇ ਹੋਏ ਨੇ ਨਾ, ਇਹ ਦੁੱਖਾਂ ਕਰਕੇ ਦੁਖੀ ਹੋਵਾਂਗੇ ਆਪਾਂ। ਜਦੋਂ ਗੁਰੂ ਸਵਾਰਿਓ ਸਾਡੇ ਸਰੀਰ ਦਾ ਮੋਹ ਖਤਮ ਹੋ ਗਿਆ, ਮੋਹ ਪੈ ਗਿਆ ਸਾਹਿਬਾਂ ਦੀ ਬਾਣੀ ਨਾਲ, ਪਰਮਾਤਮਾ ਦੇ ਨਾਮ ਦੇ ਨਾਲ, ਤੇ ਉਦੋਂ ਫਿਰ ਜਿਹੜੇ ਦੁੱਖ ਸਾਨੂੰ ਦੁੱਖ ਨਹੀਂ ਵਿਆਪਣੇ। ਫਿਰ ਉਹਦੀ ਅਵਸਥਾ ਕੈਸੀ ਬਣ ਜਾਣੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪੁੱਛੋ, ਆਪਾਂ ਰੋਜ਼ਾਨਾ ਕਈ ਵਾਰੀ ਸਤਿਗੁਰ ਸ਼ਬਦ ਸਰਵਣ ਕੀਤਾ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਉਹ ਘਬਰਾਉਂਦਾ ਨਹੀਂ, ਦੁੱਖ ਜੇ ਆ ਗਿਆ ਦੁੱਖ ਵੇਲੇ ਘਬਰਾਉਂਦਾ, ਇੱਕ ਸੰਬਿਰਤੀ ਸੁੱਖ ਆ ਗਿਆ, ਸੁੱਖ ਵੇਲੇ ਪਰਮਾਤਮਾ ਨੂੰ ਭੁੱਲਦਾ ਨਹੀਂ, ਦੁੱਖ ਵੇਲੇ ਘਬਰਾਉਂਦਾ ਨਹੀਂ, ਇੱਕ ਸੰਬਿਰਤੀ ਉਹਦੀ ਪਿਆਰੇ ਦੀ ਰਹਿੰਦੀ ਹੈ। ਤੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਭਾਈ ਤੇਰੇ ਸਾਰੇ ਦੁੱਖ, ਤੇਰੇ ਸਾਰੇ ਦਰਦ, ਤੇਰੇ ਸਾਰੇ ਕਲੇਸ਼ ਇਹ ਬਿਨਸੈ ਖਤਮ ਹੋ ਜਾਣਗੇ। ਕਦੋਂ ਖਤਮ ਹੋਣਗੇ? ਉਹਨਾਂ ਦੇ ਖਤਮ ਹੁੰਦੇ ਨੇ ਜਿਸ ਬਸੈ ਮਨ ਮਾਹੇ, ਜਿਨ੍ਹਾਂ ਦੇ ਮਨ ਮਾਹੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਉਹਨਾਂ ਦੇ ਸਾਰੇ ਇਹ ਦੁੱਖ ਦੂਰ ਹੁੰਦੇ ਹਨ। ਮਿਰਤ ਨਰਕ ਅਸਥਾਨ ਬਿਖੜੇ, ਬਿਖ ਨ ਪੋਹੈ ਤਾਹੇ। ਕਹਿੰਦੇ ਫਿਰ ਜਦੋਂ ਉਹਨਾਂ ਜਿਨ੍ਹਾਂ ਦੇ ਮਨ 'ਚ ਪਰਮਾਤਮਾ ਦਾ ਨਾਮ ਵਸਦਾ ਹੈ, ਫਿਰ ਕਿਉਂਕਿ ਜੀਵ ਜੰਮਣ ਮਰਨ ਦੇ ਵਿੱਚ ਹੈ, ਪਰਮਾਤਮਾ ਜੰਮਣ ਮਰਨ ਤੋਂ ਰਹਿਤ, ਆਪਾਂ ਸਾਰੇ ਜੰਮਣ ਮਰਨ ਵਿੱਚ ਹਾਂ। ਮਰਨ ਤੋਂ ਬਾਅਦ ਫਿਰ ਜੀਵ ਨਰਕਾਂ ਵਿੱਚ ਪੈਂਦਾ। ਜੀਵ ਦੇ ਕਰਮ ਅਨੁਸਾਰ ਕਈਆਂ ਨੂੰ ਗੁਰੂ ਸਵਾਰੇ ਪਰਮਾਤਮਾ ਦੇ ਦਰ 'ਤੇ ਉਹ ਪ੍ਰਵਾਨ ਹੋ ਜਾਂਦਾ, ਉਹਦਾ ਜਨਮ ਸਫਲਾ ਹੁੰਦਾ ਹੈ। ਕਹਿੰਦੇ ਫਿਰ ਇਹ ਜਿਹੜੇ ਵਿਖੜੇ ਸਥਾਨ ਨੇ, ਨਰਕ ਅਸਥਾਨ ਵਿਖੜੇ, ਔਖੇ ਰਾਹ ਨੇ, ਕਹਿੰਦੇ ਉਹਨਾਂ ਤੋਂ ਵੀ ਛੁਟਕਾਰਾ ਹੋ ਜਾਂਦਾ ਨਾਮ ਜਪਣ ਵਾਲੇ ਦਾ। ਬਾਰ-ਬਾਰ ਜੰਮਣਾ, ਬਾਰ-ਬਾਰ ਮਰਨਾ, ਇਹ ਸਿਲਸਿਲਾ ਖਤਮ ਹੋ ਜਾਂਦਾ। ਤੇ ਇੱਥੋਂ ਤੱਕ ਬਿਖ ਨਾ ਪੋਹੈ ਤਾਹੇ। ਬਿਖ ਕੀ ਨੇ? ਜਿਹੜੇ ਵਿਸ਼ੇ ਵਿਕਾਰ, ਮਾਇਆ ਬਿਖ, ਕਹਿੰਦੇ ਇਹ ਉਸ ਜੀਵ ਨੂੰ ਫਿਰ ਪੋਹ ਨਹੀਂ ਸਕਦੇ ਹਨ, ਉਹ ਜੀਵ ਫਿਰ ਮੁਕਤ ਹੋ ਜਾਂਦੇ ਹਨ। ਇਹ ਗੁਰੂ ਸਵਾਰੇ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ।
ਚਾਰ ਪਦਿਆਂ ਦੀ ਵਿਚਾਰ ਗੁਰੂ ਸਾਹਿਬਾਨ ਜੀ ਨੇ ਕਰਵਾਈ ਆ। ਬਾਕੀ ਰਹਿੰਦੇ ਸ਼ਬਦ ਦੀ ਵਿਚਾਰ